Good morning, students. Today we are going to start the revision of next chapter, that is forms of business organization. So there are two types of organization: private sector undertaking and the public sector undertaking. Private sector undertaking is divided into two categories: non-corporate enterprises and corporate enterprises. Non-corporate enterprises are sole proprietorship, partnership, and joint Hindu family business. And cooperative enterprises are cooperative society, joint stock companies. Now, first form is sole proprietorship, which we are going to discuss. It is a one man business as he invests the entire capital, bears all risk, takes all the advantages, and manages the business by himself. ਮੀਨਸ ਵਨ ਮੈਨ ਬਿਜ਼ਨਸ, ਇੱਕ ਬਿਜ਼ਨਸ ਜਿਹਦੇ ਵਿੱਚ ਸਿਰਫ ਇੱਕ ਪਰਸਨ ਹੈ ਜਿਹੜਾ ਬਿਜ਼ਨਸ ਨੂੰ ਰਨ ਕਰ ਰਿਹਾ ਆ, ਸਾਰਾ ਦਾ ਸਾਰਾ ਇੰਟਾਇਰ ਕੈਪੀਟਲ ਉਹੀ ਇਨਵੈਸਟ ਕਰ ਰਿਹਾ ਹੈ, ਸਾਰੇ ਰਿਸਕ ਵੀ ਉਹੀ ਬੇਅਰ ਕਰ ਰਿਹਾ ਆ, ਸਾਰੇ ਐਡਵਾਂਟੇਜਸ ਵੀ ਉਹਨੂੰ ਹੀ ਮਿਲਦੇ ਆ ਐਂਡ ਬਿਜ਼ਨਸ ਨੂੰ ਉਹ ਇਕੱਲਾ ਹੀ ਮੈਨੇਜ ਕਰਦਾ ਆ। ਇਹਨੂੰ ਆਪਾਂ ਇੰਡੀਵਿਜੂਅਲ ਪ੍ਰੋਪਰਾਈਟਰਸ਼ਿਪ ਵੀ ਬੋਲਦੇ ਹਾਂ। Now the features of sole proprietorship, the first is formation and closure is easy. ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਨੂੰ ਸਟਾਰਟ ਕਰਨ ਦਾ ਜਿਹੜਾ ਪ੍ਰੋਸੀਜਰ ਹੈ ਦੈਟ ਇਜ਼ ਵੈਰੀ ਈਜ਼ੀ, ਮਤਲਬ ਇਹਨੂੰ ਆਪਾਂ ਈਜ਼ੀਲੀ ਰਨ ਕਰ ਸਕਦੇ ਹਾਂ। ਇਹਦਾ ਫਾਰਮੇਸ਼ਨ ਵੀ ਈਜ਼ੀ ਹੈ ਐਂਡ ਇਹਨੂੰ ਕਲੋਜ਼ ਕਰਨ ਦਾ ਪ੍ਰੋਸੀਜਰ ਵੀ ਈਜ਼ੀ ਹੈ ਬਿਕੋਜ਼ ਇਹਦੇ ਵਿੱਚ ਜ਼ਿਆਦਾ ਫਾਰਮੈਲਿਟੀਜ਼ ਨਹੀਂ ਹੈਗੀਆਂ, ਨਾ ਹੀ ਇਹਦਾ ਕੋਈ ਸੈਪਰੇਟ ਲਾਅ ਹੈ। Second is unlimited liability. Even the personal properties are held liable to meet the liabilities of the firm. ਮੀਨਸ ਕਿ ਅਗਰ ਕੰਪਨੀ ਦੇ ਐਸੈਟਸ ਵਗੈਰਾ ਘੱਟ ਪੈ ਜਾਂਦੇ ਆ ਦੈਨ ਉਸ ਸਿਚੁਏਸ਼ਨ ਦੇ ਵਿੱਚ ਪ੍ਰੋਪਰਾਈਟਰ ਦੀ ਪਰਸਨਲ ਪ੍ਰੋਪਰਟੀ ਵੀ ਯੂਟੀਲਾਈਜ਼ ਕੀਤੀ ਜਾ ਸਕਦੀ ਹੈ ਕਿਸੇ ਵੀ ਕਰਜ਼ੇ ਨੂੰ ਪੂਰਾ ਕਰਨ ਲਈ। Next is the sole risk bearer and profit recipient. All the risk on his shoulder and the entire profit enjoyed by him. Means ਸਾਰਾ ਦਾ ਸਾਰਾ ਰਿਸਕ ਜਿਹੜਾ ਸਿਰਫ ਉਹਦੇ ਸ਼ੋਲਡਰ ਤੇ ਹੀ ਹੁੰਦਾ ਆ ਐਂਡ ਜਿੰਨਾ ਵੀ ਪ੍ਰੋਫਿਟ ਕੰਪਨੀ ਨੂੰ ਹੋ ਰਿਹਾ ਆ ਉਹ ਸਿਰਫ ਉਹੀ ਇੰਜੋਏ ਕਰਦਾ, ਕਿਸੇ ਦੇ ਨਾਲ ਉਹਨੂੰ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੈ। Next is the control. Complete control of business is held with the proprietor himself. Means ਇੱਕ sole proprietor ਜਿਹੜਾ business ਆ ਉਹਨੂੰ ਕੰਟਰੋਲਰ ਜਿਹੜਾ ਇੰਡੀਵਿਜੂਅਲ ਪਰਸਨ ਆ ਸਾਰਾ ਦਾ ਸਾਰਾ ਬਿਜ਼ਨਸ ਉਹਨੇ ਕੰਟਰੋਲ ਕਰਨਾ ਆ। ਦੇਰ ਇਜ਼ ਨੋ ਐਨੀ ਅਦਰ ਪਰਸਨ ਹੂ ਇਜ਼ ਗੋਇੰਗ ਟੂ ਹੈਲਪ ਦਾ ਸੋਲ ਪ੍ਰੋਪਰਾਈਟਰ। ਨੈਕਸਟ ਇਜ਼ ਨੋ ਸੈਪਰੇਟ ਐਂਟਿਟੀ ਫॉर ਦ ਬਿਜ਼ਨਸ ਫਰੋਮ ਦ ਬਿਜ਼ਨਸ ਮੈਨ। ਮੀਨਸ ਕਿ ਸੋਲ ਪ੍ਰੋਪਰਾਈਟਰ ਜਿਹੜਾ ਬਿਜ਼ਨਸ ਆ ਸੋਲ ਪ੍ਰੋਪਰਾਈਟਰਸ਼ਿਪ ਜਿਹੜਾ ਬਿਜ਼ਨਸ ਆ ਉਹਦੀ ਕੋਈ ਵੀ ਡਿਫਰੈਂਟ ਆਈਡੈਂਟਿਟੀ ਨਹੀਂ ਆ ਅਪਾਰਟ ਫਰੋਮ ਦੀ ਬਿਜ਼ਨਸਮੈਨ, ਕਿਉਂਕਿ ਇੱਕ ਵਨ ਮੈਨ ਕੰਪਨੀ ਆ। ਅਗਰ ਉਹ ਸਰਵਾਈਵ ਕਰ ਰਿਹਾ ਆ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਆ ਉਹ ਸਿਰਫ ਉਹਦੇ ਬਿਜ਼ਨਸ ਦੇ ਨਾਲ ਆ। ਸੋ ਬਿਜ਼ਨਸ ਆ ਬਿਜ਼ਨਸ ਦੀ ਜਿਹੜੀ ਆਈਡੈਂਟਿਟੀ ਹੈ ਇਟ ਡਿਪੈਂਡਸ ਅਪੋਨ ਦਾ ਆਈਡੈਂਟਿਟੀ ਆਫ ਦਾ person. Next is lack of continuity. Since the business and the owner are one and the same entity, his death incentive will affect the existence of the business. Business ਤੇ owner ਦੋਵੇਂ ਇੱਕ ਹੀ ਆ, ਕੋਈ ਅਲੱਗ-ਅਲੱਗ ਪਰਸਨ ਨਹੀਂ ਆ। ਇਸ ਕਰਕੇ ਜਦੋਂ ਪਰਸਨ ਦੀ ਡੈਥ ਹੋਵੇ ਜਾਂ ਕੋਈ ਇਨਸੇਨ ਹੋ ਜੇ, ਉਹਦੀ ਇਨਸੇਨ ਦਾ ਮਤਲਬ ਜਦੋਂ ਉਹਦੀ ਮੈਂਟਲ ਐਬਿਲਿਟੀ ਜਿਹੜੀ ਆ ਉਹ ਘੱਟ ਹੋ ਜਾਂਦੀ ਆ ਅਤੇ ਉਹ ਬਿਜ਼ਨਸ ਦੀ ਲਾਈਫ 'ਤੇ ਇਫੈਕਟ ਕਰਦੀ ਆ। ਇਸ ਕਰਕੇ ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਆ ਉਹ ਲੰਬੇ ਟਾਈਮ ਤੱਕ ਨਹੀਂ ਚੱਲ ਪਾਉਂਦਾ। ਨਾਓ ਦਾ ਨੈਕਸਟ ਟੋਪਿਕ ਇਜ਼ ਮੈਰਿਟਸ ਆਫ ਸੋਲ ਪ੍ਰੋਪਰਾਈਟਰਸ਼ਿਪ। ਫਸਟ ਮੈਰਿਟ ਇਜ਼ ਕੁਇਕ ਡਿਸੀਜ਼ਨ ਮੇਕਿੰਗ, ਕਿਉਂਕਿ ਉਹਨੂੰ ਕਿਸੇ ਦੇ ਨਾਲ ਕੰਸਲਟ ਕਰਨ ਦੀ ਜ਼ਰੂਰਤ ਨਹੀਂ ਆ, ਇਸ ਕਰਕੇ ਉਹ ਡਿਸੀਜ਼ਨ ਜਿਹੜਾ ਬਹੁਤ ਜਲਦੀ ਲੈ ਸਕਦਾ ਆ। ਨੈਕਸਟ ਇਜ਼ ਕੌਨਫੀਡੈਂਸ਼ੀਅਲਿਟੀ ਆਫ ਇਨਫੋਰਮੇਸ਼ਨ। ਕੌਨਫੀਡੈਂਸ਼ੀਅਲ ਮੀਨਸ ਜਿੱਦਾਂ ਉਹਦਾ ਬਿਜ਼ਨਸ ਹੈ ਕਿਸੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ, ਇਸ ਕਰਕੇ ਉਹਦੀ ਜਿਹੜੀ ਸੀਕਰੇਸੀ ਆ ਉਹ ਮੇਨਟੇਨ ਰਹਿੰਦੀ ਆ। ਨੈਕਸਟ ਇਜ਼ ਦੀ ਡਾਇਰੈਕਟ ਇਨਸੈਂਟਿਵ। ਡਾਇਰੈਕਟ ਇਨਸੈਂਟਿਵ ਦਾ ਮਤਲਬ ਇਹ ਕਿ ਸਾਰਾ ਸਾਰਾ ਪ੍ਰੋਫਿਟ ਪ੍ਰੋਪਰਾਈਟਰ ਦੇ ਹੱਥ ਵਿੱਚ ਹੁੰਦਾ ਆ, ਇਸ ਕਰਕੇ ਜਿੰਨਾ ਜ਼ਿਆਦਾ ਉਹ ਹਾਰਡ ਵਰਕ ਕਰੇਗਾ ਉਹਦਾ ਕ੍ਰੈਡਿਟ ਉਹਨੂੰ ਡਾਇਰੈਕਟਲੀ ਮਿਲੇਗਾ। ਨੈਕਸਟ ਇਜ਼ ਦ ਸੈਂਸ ਆਫ ਅਕੰਪਲਿਸ਼ਮੈਂਟ, ਪਰਸਨਲ ਸੈਟਿਸਫੈਕਸ਼ਨ ਬਾਏ ਵਰਕਿੰਗ ਫॉर ਹਿਮਸੈਲਫ, ਬਿਕੋਜ਼ ਦ ਬਿਜ਼ਨਸ ਇਜ਼ ਆਫ ਓਨਲੀ ਦ ਪ੍ਰੋਪਰਾਈਟਰ। ਇਕੱਲੇ ਉਹਦਾ ਹੀ ਬਿਜ਼ਨਸ ਆ ਅਤੇ ਉਹ ਆਪਣੇ ਲਈ ਵਰਕ ਕਰ ਰਿਹਾ ਆ ਐਂਡ ਬਿਕੋਜ਼ ਉਹਨੂੰ ਪਤਾ ਹਾਰਡ ਵਰਕ ਕਰੇਗਾ ਅਤੇ ਜਿੰਨਾ ਜ਼ਿਆਦਾ ਹਾਰਡ ਵਰਕ ਕਰਾਂਗਾ ਓਨਾ ਜ਼ਿਆਦਾ ਪ੍ਰੋਫਿਟ ਮੈਨੂੰ ਮਿਲੇਗਾ ਐਂਡ ਜਸਟ ਬਾਈ ਡੂਇੰਗ ਦ ਹਾਰਡ ਵਰਕ ਹੀ ਜਸਟ ਗੈਟ ਦੀ ਪਰਸਨਲ ਸੈਟਿਸਫੈਕਸ਼ਨ। ਨੈਕਸਟ ਇਜ਼ ਈਜ਼ ਆਫ ਫਾਰਮੇਸ਼ਨ ਐਂਡ ਕਲੋਜ਼ਰ। ਜਿੱਦਾਂ ਕਿ ਆਪਾਂ ਫੀਚਰ ਵਿੱਚ ਵੀ ਸਟੱਡੀ ਕੀਤਾ ਹੈ ਕਿ ਇਹਦਾ ਜਿਹੜਾ ਫਾਰਮੇਸ਼ਨ ਪ੍ਰੋਸੀਜਰ ਆ ਉਹ ਬਹੁਤ ਈਜ਼ੀ ਆ ਬਿਕੋਜ਼ ਉਹਦੇ ਵਿੱਚ ਜ਼ਿਆਦਾ ਫਾਰਮੈਲਿਟੀਜ਼ ਨਹੀਂ ਹੈਗੀਆਂ। ਨੈਕਸਟ ਇਜ਼ ਦੀ ਲਿਮਿਟੇਸ਼ਨਸ। ਡੀਮੈਰਿਟਸ ਕੀ ਨੇ? ਫਸਟ
ਡੀਮੈਰਿਟ ਇਜ਼ ਲਿਮਿਟਿਡ ਰਿਸੋਰਸਿਸ ਬਿਕੋਜ਼ ਵਨ ਮੈਨ ਕੰਪਨੀ ਹੈ ਅਤੇ ਜਿੰਨਾ ਉਹਦੇ ਕੋਲ ਆਪਣੇ ਕੋਲ ਫੰਡ ਅਵੇਲੇਬਲ ਹੋਏਗਾ, ਕੈਪੀਟਲ ਹੋਏਗਾ, ਸਿਰਫ ਓਨਾ ਹੀ ਉਹ ਇਨਵੈਸਟ ਕਰ ਸਕਦਾ ਆ। ਜਿੰਨੇ ਜ਼ਿਆਦਾ ਪਰਸਨਸ ਹੋਣਗੇ ਓਨਾ ਕੈਪੀਟਲ ਕੰਟਰੀਬਿਊਸ਼ਨ ਜ਼ਿਆਦਾ ਹੁੰਦਾ ਆ। ਸੋ ਫਸਟ ਡੀਮੈਰਿਟ ਇਜ਼ ਲਿਮਿਟਿਡ ਰਿਸੋਰਸਿਸ। ਨੈਕਸਟ ਇਜ਼ ਲਿਮਿਟਿਡ ਲਾਈਫ ਬਿਕੋਜ਼ ਉਹਦੀ ਲਾਈਫ ਜਿਹੜੀ ਹੈ ਇੰਡੀਪੈਂਡੈਂਟ ਨਹੀਂ ਆ, ਬਿਜ਼ਨਸ ਦੀ ਲਾਈਫ ਡਿਪੈਂਡ ਕਰਦੀ ਹੈ ਸੋਲ ਪ੍ਰੋਪਰਾਈਟਰ ਦੇ ਉੱਤੇ। ਸੋ ਜਿੰਨਾ ਟਾਈਮ ਉਹ ਸਰਵਾਈਵ ਕਰੇਗਾ ਓਨਾ ਟਾਈਮ ਹੀ ਬਿਜ਼ਨਸ ਚੱਲੇਗਾ। ਅਨਲਿਮਿਟਿਡ ਲਾਇਬਿਲਿਟੀਜ਼ ਦਾ ਨੈਕਸਟ ਡਰੋਬੈਕ ਬਿਕੋਜ਼ ਅਗਰ ਬਿਜ਼ਨਸ ਦੇ ਐਸਟਸ ਵਗੈਰਾ ਘੱਟ ਪੈ ਜਾਂਦੇ ਆ, ਸ਼ਾਰਟੇਜ ਹੋ ਜਾਂਦੀ ਆ, ਦੈਨ ਸੋਲ ਪ੍ਰੋਪਰਾਈਟਰ ਦੀ ਪਰਸਨਲ ਪ੍ਰੋਪਰਟੀ ਨੂੰ ਆਪਾਂ ਯੂਟੀਲਾਈਜ਼ ਕਰ ਲੈਂਦੇ ਹਾਂ ਬਿਜ਼ਨਸ ਦੇ ਸਾਰੇ ਡੈਪਸ ਐਂਡ ਡਿਊਜ਼ ਕਲੀਅਰ ਕਰਨ ਲਈ। Next is limited managerial ability. The proprietor may not be efficient in all managerial function. ਕੋਈ ਵੀ ਪਰਸਨ ਜਿਹੜਾ ਆ ਹਰ ਇੱਕ ਕੁਆਲਿਟੀਜ਼ ਜਿਹੜੀਆਂ ਆ ਉਹਦੇ ਅੰਦਰ ਨਹੀਂ ਹੁੰਦੀਆਂ, ਉਹ ਸਾਰੇ ਗੁਣ ਉਹਦੇ ਵਿੱਚ ਨਹੀਂ ਹੁੰਦੇ। ਸੋ ਜਿਹੜਾ ਸੋਲ ਪ੍ਰੋਪਰਾਈਟਰ ਆ ਉਹ ਮੇ ਵੀ ਹੋ ਸਕਦਾ ਹੈ ਕਿ ਇੱਕ ਸੈਕਸ਼ਨ ਦੇ ਵਿੱਚ, ਇੱਕ ਡਿਪਾਰਟਮੈਂਟ ਦੇ ਵਿੱਚ ਐਕਸਪਰਟ ਹੋਵੇ, ਬਟ ਜ਼ਰੂਰੀ ਨਹੀਂ ਹੈ ਕਿ ਉਹ ਐਫੀਸ਼ੀਐਂਟ ਆ ਹਰ ਇੱਕ ਫੰਕਸ਼ਨ ਪਰਫੋਰਮ ਕਰਨ ਦੇ ਵਿੱਚ। ਕੋਈ ਕੰਮ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦਾ, ਕੋਈ ਕੰਮ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ। ਸੋ ਦੀਜ਼ ਵਰ ਦਾ features and merits and limitations of the sole proprietorship, which is the first form of private undertaking. So you have to go through this video and you have to revise this topic. If there is any type of query, then you may comment in the Google Classroom. Thanks and have a nice day.